ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਦ ਮੈਜਿਕ ਬੁੱਕ ਬਾਏ ਰੋਂਡਾ ਬਰਨ ਤੋਂ ਚੰਗੀਆਂ ਗੱਲਾਂ ਸਿੱਖ ਰਹੇ ਹਾਂ। ਅੱਜ ਡੇ 6 ਚੈਪਟਰ 6 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ। ਸੋ ਅੱਜ ਦੇ ਟੌਪਿਕ ਦੀ ਹੈਡਿੰਗ ਹੈ ਵਰਕ ਲਾਈਕ ਮੈਜਿਕ। ਜੋ ਵੀ ਕੰਮ ਕਰਦੇ ਹੋ ਇੱਕ ਮੈਜਿਕ ਦੀ ਤਰ੍ਹਾਂ ਕਰੋ। ਸੋ ਇਹਦਾ ਭਾਵ ਇਹ ਹੈ ਕਿ ਹਰ ਕੰਮ ਨੂੰ ਜਦੋਂ ਤੁਸੀਂ ਕਰਦੇ ਹੋ ਪੂਰੀ ਸ਼ਰਧਾ ਨਾਲ ਕਰਨਾ ਹੈ, ਆਪਣਾ 100% ਦੇਣਾ ਹੈ। ਸੋ ਦੇਖਦੇ ਹਾਂ ਇਸ ਚੈਪਟਰ ਵਿੱਚ ਕੀ ਲਿਖਿਆ ਹੈ। If you take any activity, any art or any discipline or any skill, take it and push it as far as it will go. ਉਹ ਕੀ ਕਹਿੰਦੇ ਹਨ, ਜੇਕਰ ਕੋਈ ਵੀ ਕੰਮ, ਚਾਹੇ ਉਹ ਕੋਈ ਆਰਟ ਬਣਾਉਣਾ ਹੈ, ਕੋਈ ਡਰਾਇੰਗ ਕਰਨਾ ਹੈ, ਕੋਈ ਤੁਸੀਂ ਡਿਸਿਪਲਿਨ ਆਪਣੇ ਲਈ ਡਿਸਾਈਡ ਕੀਤਾ ਕਿ ਅੱਜ ਸਵੇਰੇ ਮੈਂ ਇੰਨੇ ਵਜੇ ਉੱਠਣਾ ਹੈ, ਜਾਂ ਕੋਈ ਨਵਾਂ ਸਕਿੱਲ ਕਿੱਤਾ ਤੁਸੀਂ ਸਿੱਖ ਰਹੇ ਹੋ, ਉਹ ਕਹਿੰਦੇ ਆਪਣੇ ਆਪ ਦਾ ਪੂਰਾ ਜੋਰ ਲਗਾ ਕੇ ਉਸ ਨੂੰ ਸਿੱਖੋ। ਪੁਸ਼ ਇਟ ਬਿਯੋਂਡ ਵੇਅਰ ਇਟ ਹੈਜ਼ ਐਵਰ ਬੀਨ ਬਿਫੋਰ। ਉਹਨੂੰ ਇੰਨਾ ਜ਼ਿਆਦਾ ਕਰਕੇ ਦੇਖੋ ਕਿ ਹਜੇ ਤੱਕ ਕਦੇ ਕਿਸੇ ਨੇ ਕੀਤਾ ਨਾ ਹੋਵੇ। ਆਪਣੀ ਜਿਹੜੀ ਲਿਮਿਟ ਕਿਸੇ ਨੇ ਸੈੱਟ ਕੀਤੀ, ਫੋਰ ਐਗਜ਼ਾਮਪਲ ਇੱਕ ਇਨਸਾਨ ਭੱਜਿਆ, ਉਹ 100 ਕਿਲੋਮੀਟਰ ਤੱਕ ਭੱਜਿਆ 1 ਮਿੰਟ ਦੇ ਵਿੱਚ, ਪਰ ਦੂਜੇ ਇਨਸਾਨ ਨੇ ਡਿਸਾਈਡ ਕੀਤਾ ਕਿ ਮੈਂ 100 ਕਿਲੋਮੀਟਰ 1 ਮਿੰਟ ਤੋਂ ਘੱਟ ਦੇ ਵਿੱਚ ਭੱਜ ਕੇ ਦਿਖਾਵਾਂਗਾ। ਇੱਕ ਉਦਾਹਰਨ ਦੇ ਤੌਰ ਤੇ ਹੈ। ਸੋ ਕੁਝ ਨਵਾਂ ਕਰਨਾ, ਪੁਸ਼ ਇਟ ਟੂ ਦਾ ਵਾਈਲਡੈਸਟ ਐਜ ਆਫ ਐਜਿਸ, ਮਤਲਬ ਵੱਧ ਤੋਂ ਵੱਧ ਜਿੰਨਾ ਤੁਸੀਂ ਆਪਣਾ 100% ਲਾ ਸਕਦੇ ਹੋ, ਉਹਦੇ ਵਿੱਚ ਕੁਝ ਨਵਾਂ ਇਨਵੈਂਟ ਕਰ ਸਕਦੇ ਹੋ, ਜ਼ਰੂਰ ਕਰੋ। ਦੈਨ ਯੂ ਫੋਰਸ ਇਟ ਇਨਟੂ ਦਾ ਰੈਲਮ ਆਫ ਮੈਜਿਕ। ਕੀ ਕਹਿੰਦੇ, ਤੁਸੀਂ ਇੰਨਾ ਉਸ ਵਿੱਚ ਆਪਣੇ ਆਪ ਨੂੰ ਨਿਚੋੜ ਦਵੋ, ਦੇਖਿਓ, ਫਿਰ ਤੁਸੀਂ ਜੋ ਉਹਦੇ ਰਿਜ਼ਲਟ ਦੇਖੋਗੇ ਉਹ ਮੈਜਿਕ ਦੀ ਤਰ੍ਹਾਂ ਹੀ ਹੋਣਗੇ। ਟੌਮ ਰਿਬਨਸ ਇੱਕ ਰਾਈਟਰ ਹੋਏ ਨੇ। ਸੋ how can it be the person who is born into a total poverty, start with the nothing, has a very little education, goes on to become a president or celebrity? ਜਿਵੇਂ ਆਪਾਂ ਅੱਜ ਦੇ ਸਮੇਂ ਜਿਵੇਂ ਨਰਿੰਦਰ ਮੋਦੀ ਨੇ, ਜੇ ਉਹਨਾਂ ਦੀ ਲਾਈਫ ਵੱਲ ਦੇਖਿਆ ਜਾਵੇ, ਉਹਨਾਂ ਨੇ ਕਿੱਥੋਂ ਤੋਂ ਕਿੱਥੇ ਪਹੁੰਚ ਗਏ, ਇਹ ਕਿਵੇਂ ਹੋ ਸਕਿਆ? Or builds an empire and become one of the wealthiest person in the world. ਜੇਕਰ ਤੁਸੀਂ ਦੁਨੀਆ ਵਿੱਚ ਕੁਝ ਉਦਾਹਰਨਾਂ ਦੇਖੋਗੇ, ਚਾਹੇ ਉਹ ਸੈਲੀਬ੍ਰਿਟੀਜ਼ ਨੇ, ਮੂਵੀ ਇੰਡਸਟਰੀ ਦੇ ਵਿੱਚ, ਕਿਸੇ ਵੀ ਇੰਡਸਟਰੀ ਦੇ ਵਿੱਚ ਨੇ, ਉਹ ਕਿਤੇ ਤੋਂ ਕਿਤੇ ਪਹੁੰਚ ਜਾਂਦੇ ਨੇ। ਕਈ ਬਿਜ਼ਨਸਮੈਨ ਜਿਨ੍ਹਾਂ ਨੂੰ ਕੋਈ ਐਜੂਕੇਸ਼ਨ ਨਹੀਂ, ਪਰ ਉਹ ਫਿਰ ਵੀ ਕਿਤੇ ਅੱਗੇ ਵੱਧ ਜਾਂਦੇ ਹਨ। ਇਹ ਕਿਵੇਂ ਹੁੰਦਾ ਹੈ? And how is it that two people can start out in the same career and yet one person's career goes from success to even greater success while the other person work himself or herself into the grounds? ਉਹ ਕੀ ਕਹਿੰਦੇ ਕਿ ਜੇਕਰ ਦੋ ਇਨਸਾਨਾਂ ਨੇ ਸੇਮ ਕਰੀਅਰ ਸੇਮ ਟਾਈਮ ਤੇ ਸ਼ੁਰੂ ਕੀਤਾ, ਪਰ ਉਹਨਾਂ ਚੋਂ ਇੱਕ ਅੱਗੇ ਵੱਧ ਜਾਂਦਾ ਹੈ ਔਰ ਪਿੱਛੇ ਰਹਿ ਜਾਂਦਾ ਹੈ ਔਰ ਉੱਥੇ ਹੀ ਰੁਕਿਆ ਰਹਿੰਦਾ ਹੈ, ਇਹ ਕਿਵੇਂ ਪੋਸੀਬਲ ਹੈ? The missing link to success is gratitude, because according to the law of attraction, you have to be grateful for what you have to attract success to you. So ਇਹਦੇ ਵਿੱਚ ਮਿਸਿੰਗ ਲਿੰਕ ਕੀ ਸੀਗਾ? ਸ਼ੁਕਰਾਨਾ ਏਦਾਂ ਦੀ ਭਾਵਨਾ ਹੈ ਜੋ ਆਫ ਲਾਅ ਆਫ ਅਟਰੈਕਸ਼ਨ, ਜੋ ਤੁਸੀਂ ਜਿੱਦਾਂ ਦਾ ਸੋਚਦੇ ਹੋ ਉਸ ਨੂੰ ਅਟਰੈਕਟ ਕਰਨ ਲੱਗ ਜਾਂਦੀ ਹੈ। So without gratitude, it's impossible to have a permanent success. So ਕੀ ਕਹਿੰਦੇ ਹਨ, ਜੇਕਰ ਤੁਹਾਡੇ ਕੋਲ ਸ਼ੁਕਰਾਨੇ ਦੀ ਭਾਵਨਾ ਨਹੀਂ ਹੈ ਤਾਂ ਪਰਮਾਨੈਂਟ ਜਿਹੜੀ ਚੀਜ਼ ਹਮੇਸ਼ਾ ਬਣੀ ਰਹੇ, ਪਰਮਾਨੈਂਟ ਮੀਨਸ ਹਮੇਸ਼ਾ ਲਈ। ਫੋਰ ਐਗਜ਼ਾਮਪਲ ਕਿਸੇ ਇਨਸਾਨ ਨੇ ਬਿਜ਼ਨਸ ਕ੍ਰੀਏਟ ਕੀਤਾ, ਉਹਨੂੰ ਪਤਾ ਹੈ ਕਿ ਕਿਵੇਂ ਉਹਨੇ ਜ਼ੀਰੋ ਤੋਂ ਸ਼ੁਰੂ ਕਰਕੇ ਆਪਣਾ ਬਿਜ਼ਨਸ ਬਣਾ ਲਿਆ, ਔਰ ਉਸਨੂੰ ਮੇਨਟੇਨ ਰੱਖਣਾ ਵੀ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਪਰਮਾਨੈਂਟਲੀ, ਕਿ ਉਹਦੀ ਜਿਹੜੀ ਗਰੋਥ ਹੈ ਵੱਧਦੀ ਜਾਵੇ, ਘਟੇ ਨਾ। ਠੀਕ ਆ। ਪਰ ਇੱਕ ਇਨਸਾਨ ਨੂੰ ਲੋਟੋ ਲੱਗੀ ਤੇ ਉਹਨੇ ਉਹ ਪੈਸੇ, ਉਹਨੂੰ ਨਹੀਂ ਪਤਾ ਪੈਸੇ ਕਿਵੇਂ ਕਮਾਏ ਜਾਂਦੇ ਹਨ, ਪਰ ਉਸਨੇ ਪੈਸੇ ਆ ਗਏ ਉਸ ਕੋਲ, ਪਰ ਉਹ ਸਾਰੀ ਉਮਰ ਉਸ ਪੈਸੇ ਨੂੰ ਹੋਲਡ ਕਰਕੇ ਨਹੀਂ ਰੱਖ ਪਾਊਗਾ ਕਿਉਂਕਿ ਉਹਦੇ ਕੋਲ ਉਹ ਨੌਲੇਜ ਜਾਂ ਅੰਡਰਸਟੈਂਡਿੰਗ ਨਹੀਂ ਹੈਗੀ। To bring the success or increase the good things in your job or work, little opportunities, promotions and money and brilliant idea and inspiration and aspiration, it is essential to be grateful for your job or work. So ਉਹ ਕਹਿੰਦੇ ਛੋਟੀ ਛੋਟੀ ਸਕਸੈਸ ਨੂੰ ਵੀ ਆਪਣੇ ਕੰਮ ਦੇ ਵਿੱਚ ਲੈ ਕੇ ਆਉਣ ਲਈ ਛੋਟੀ ਛੋਟੀ ਓਪਰਚੁਨਿਟੀਜ਼ ਦਾ ਫਾਇਦਾ ਉਠਾਓ, ਉਸਨੂੰ ਯੂਜ਼ ਕਰੋ। ਠੀਕ ਹੈ। ਛੋਟੇ ਛੋਟੇ ਆਈਡੀਆਜ਼, ਇੰਸਪੀਰੇਸ਼ਨ,
ਇਹ ਸਾਰੇ ਕੰਮ ਕਰਦੇ ਹਨ। More gratitude you have, more you will have to be grateful for, and you should be getting the idea of now that to increase anything in your life, so you have to be grateful for what you already have. So ਇੱਥੇ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਜੇਕਰ ਤੁਹਾਡੇ ਕੋਲ ਆਲਰੇਡੀ ਜੋ ਹੈ ਉਸ ਦੇ ਸ਼ੁਕਰਾਨੇ ਕਰਨੇ ਜਦੋਂ ਤੁਸੀਂ ਸ਼ੁਰੂ ਕਰੋਗੇ ਤੇ ਕਿਉਂ ਤੁਸੀਂ ਹੋਰ ਵੀ ਆਪਣੇ ਵੱਲ ਆਕਰਸ਼ਿਤ ਕਰੋਗੇ, ਮਤਲਬ ਤੁਸੀਂ ਹੋਰ ਵੀ ਪਾਉਣ ਦੇ ਲਾਇਕ ਬਣ ਜਾਓਗੇ। whatever whoever has a gratitude for their work, for example ਜੋ ਵੀ ਕੰਮ ਤੁਸੀਂ ਇਸ ਟਾਈਮ ਕਰ ਰਹੇ ਹੋ, ਚਾਹੇ ਤੁਸੀਂ ਹਾਊਸ ਵਾਈਫ ਹੋ, ਘਰੇ ਰਹਿ ਕੇ ਬੱਚੇ ਪਾਲਦੇ ਹੋ, ਘਰ ਦੇ ਕੰਮ ਕਰਦੇ ਹੋ, ਉਸ ਦੇ ਵਿੱਚ ਵੀ ਖੁਸ਼ ਹੋ ਕੇ ਕਰੋ ਤਾਂ ਤੁਸੀਂ ਹੋਰ ਜ਼ਿੰਦਗੀ ਵਿੱਚ ਪਾਓਗੇ। ਜਿਹੜੀ ਵੀ ਜੌਬ ਤੁਸੀਂ ਤੇ ਜਾਣੇ ਹੋ, ਜੇਕਰ ਨਹੀਂ ਵਧੀਆ ਲੱਗ ਰਹੀ ਪਰ ਉਸ ਨੂੰ ਥੈਂਕਸ ਹੋ ਕੇ ਕਰੋਗੇ ਕਿ ਤੁਹਾਡੇ ਕੋਲ ਹੈ ਤੇ ਕਿਉਂ ਤੁਸੀਂ ਹੋਰ ਓਪਰਚੁਨਿਟੀਜ਼ ਆਪਣੇ ਲਈ ਕ੍ਰੀਏਟ ਕਰ ਲਓਗੇ। Whoever does not have gratitude for their work, even what he or she has will be taken from him or her. So, ਜੇਕਰ ਤੁਸੀਂ ਸ਼ੁਕਰਗੁਜ਼ਾਰ ਨਹੀਂ ਹੋ ਤਾਂ ਜੋ ਹੈ ਉਹ ਵੀ ਚਲਾ ਜਾਵੇਗਾ। So when you are grateful for your job, you will automatically give more to your work, and even you give more to your work, so you will increase the money and success that it's shown to you. If you are not grateful for your job, you will be automatically given less, and when you given less, you decrease what you comes back to you. As a result, you will never be happy in your work. So okay, ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਸ਼ੁਕਰਾਨੇ ਨਹੀਂ ਕਰੋਗੇ ਤਾਂ ਸਮੇਂ ਪੈਂਦੇ ਉਹ ਘਟ ਜਾਵੇਗਾ, ਔਰ ਜਿਵੇਂ ਘਟੇਗਾ ਤਾਂ ਉਹਦੇ ਜਿਹੜੇ ਰਿਜ਼ਲਟਸ ਨੇ ਬੈਕ ਤੁਹਾਨੂੰ ਮਿਲਣੇ ਨੇ ਉਹ ਵੀ ਘਟ ਜਾਣਗੇ ਔਰ ਤੁਸੀਂ ਕੰਮ ਤੇ ਖੁਸ਼ ਨਹੀਂ ਰਹੋਗੇ। So you will never give more than you have, and you work or job will be stagnate and eventually deteriorates, and which could means you're losing your job. So ਇਸ ਦੇ ਨਾਲ ਤੁਸੀਂ ਆਪਣੀ ਜੌਬ ਵੀ ਲੂਜ਼ ਕਰ ਸਕਦੇ ਹੋ। Remember, for those who do not have the gratitude, even what they will be taken from them. So ਕਿ ਇੱਥੇ ਹੀ ਹੈ ਕਿ ਆਪਣੇ ਸ਼ੁਕਰਾਨੇ ਭਾਵ ਨੂੰ ਵਧਾਉਣਾ ਹੈ। ਜੋ ਤੁਹਾਡੇ ਕੋਲ ਇਸ ਵਕਤ ਹੈ, ਜਿੱਦਾਂ ਦਾ ਵੀ ਕੰਮ ਤੁਸੀਂ ਕਰ ਰਹੇ ਹੋ, ਉਸ ਪ੍ਰਤੀ ਸ਼ੁਕਰਾਨੇ ਐਡ ਕਰਨਾ। ਜੇਕਰ ਨਹੀਂ ਕਰੋਗੇ ਤਾਂ ਸਮੇਂ ਪੈਂਦੇ ਇਹ ਵੀ ਤੁਹਾਡੇ ਕੋਲ ਚਲਾ ਜਾਵੇਗਾ। The amount you give gratitude is exactly proportional to the amount of you receive in return. So ਉਹ ਕੀ ਕਹਿੰਦੇ ਹਨ, ਜਿੰਨਾ ਤੁਸੀਂ ਗ੍ਰੈਟੀਟਿਊਡ ਕਰੋਗੇ ਉਨੀ ਹੀ ਅਮਾਉਂਟ ਦੇ ਵਿੱਚ ਤੁਸੀਂ ਵਾਪਸ ਪਾਓ, ਉਨੀ ਹੀ ਮਾਤਰਾ ਵਿੱਚ ਵਾਪਸ ਪਾਓਗੇ। ਸੋ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਵੱਧ ਤੋਂ ਵੱਧ ਗ੍ਰੈਟੀਟਿਊਡ ਸ਼ੁਕਰਾਨੇ ਕਰਨੇ ਹਨ ਤਾਂ ਜੋ ਤੁਹਾਨੂੰ ਕੰਮ ਦੇ ਵਿੱਚ ਅੱਗੇ ਤਰੱਕੀ ਮਿਲੇ। ਇਹ ਨਾ ਸੋਚਿਓ ਕਿ ਮੈਂ ਸ਼ੁਕਰਾਨੇ ਕਰ ਰਿਹਾ ਹਾਂ, ਪਰ ਤੁਹਾਡੇ ਟੈਸਟ ਵੀ ਹੋਣਗੇ, ਤੁਹਾਨੂੰ ਚੈਲੰਜਸ 'ਚ ਵੀ ਪਾਇਆ ਜਾਊਗਾ, ਤੁਹਾਡਾ ਇਮਤਿਹਾਨ ਵੀ ਹੋਊਗਾ ਕਿ ਤੁਸੀਂ ਕਿੰਨਾ ਸੱਚੀ ਸ਼ੁਕਰਾਨੇ ਕਰਨ ਦੇ ਵਿੱਚ ਯਕੀਨ ਰੱਖਦੇ ਹੋ। ਸੋ ਇਹ ਥੋੜੇ ਟੈਸਟ ਵੀ ਹੋਣਗੇ, ਥੋੜਾ એનર્ਜੀ ਲੈਵਲ, ਥੋੜਾ ਟਰਸਟ ਵੀ ਚੈੱਕ ਕੀਤਾ ਜਾਵੇਗਾ ਇਸ ਦੌਰਾਨ। If you are a business owner, your business value will increase or decrease according to your gratitude. So ਜੇਕਰ ਤੁਹਾਡਾ ਆਪ ਦਾ ਕੋਈ ਕੰਮ ਹੈ, ਉਹ ਨਿਰਧਾਰਿਤ ਹੈ ਤੁਸੀਂ ਕਿੰਨੇ ਸ਼ੁਕਰਾਨੇ ਕਰਦੇ ਹੋ ਔਰ ਕਿੰਨੇ ਉਸ ਪ੍ਰਤੀ ਤੁਸੀਂ ਸ਼ੁਕਰਾਨੇ ਨਹੀਂ ਕਰ ਰਹੇ, ਠੀਕ ਹੈ ਨਾ। ਸੋ ਤੁਸੀਂ ਉਸ ਵਿੱਚ ਗਲਤੀਆਂ ਕੱਢ ਰਹੇ ਹੋ ਔਰ ਚਿੰਤਾ ਪੈਦਾ ਕਰ ਰਹੇ ਹੋ ਕਿ ਜਿੱਦਾਂ ਤੁਸੀਂ ਚਾਹੁੰਦੇ ਹੋ ਉਦਾਂ ਦਾ ਨਹੀਂ ਹੋ ਰਿਹਾ, ਨੈਗੇਟਿਵਿਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। More grateful you are for your business, your customers and your employees, and the more business will grow and increase. ਜਿੰਨੇ ਤੁਸੀਂ ਸ਼ੁਕਰਾਨੇ ਕਰੋਗੇ, ਆਪਣੇ ਜਿਹੜੇ ਤੁਹਾਡੇ ਕਸਟਮਰ ਆਉਂਦੇ ਨੇ ਤੁਹਾਡੇ ਕੋਲ ਉਹਨਾਂ ਦਾ ਧੰਨਵਾਦ ਕਰਦੇ ਹੋ, ਜਿਹੜੇ ਤੁਹਾਡੇ ਲਈ ਕੰਮ ਕਰਦੇ ਹੋ ਉਹਨਾਂ ਦਾ ਧੰਨਵਾਦ ਕਰਦੇ ਹੋ ਤੇ ਕਿਉਂ ਤੁਹਾਡਾ ਕੰਮ ਅੱਗੇ ਵਧੇਗਾ। It is when business owners stop being grateful and replace gratitude with the worries, that's where the business spiral downwards. So ਕੀ ਕਹਿੰਦੇ ਹਨ, ਜਦੋਂ ਜਿਹੜਾ ਮਾਲਿਕ ਹੁੰਦਾ ਹੈ ਉਹ ਆਪਣੇ ਸ਼ੁਕਰਾਨੇ ਕਰਨੇ ਛੱਡ ਦਿੰਦਾ ਹੈ ਔਰ ਵਰੀ ਟੈਨਸ਼ਨ ਚ ਆ ਜਾਂਦਾ ਹੈ ਕੀ ਬਣੂਗਾ, ਔਰ ਉਸਦਾ ਬਿਜ਼ਨਸ ਹੌਲੀ ਹੌਲੀ ਥੱਲੇ ਨੂੰ ਜਾਣ ਲੱਗ ਜਾਂਦਾ ਹੈ। If you're a parent and your work is taking care of your children and managing your house, look for the things you be grateful at the whole time in your life. So okay, ਕਹਿੰਦੇ ਕਿ ਜੇਕਰ ਤੁਸੀਂ ਘਰੇ ਰਹਿ ਕੇ ਬੱਚੇ ਜਾਂ ਦੇਖ ਰਹੇ ਹੋ ਜਾਂ ਘਰ ਨੂੰ ਸਾਂਭ ਰਹੇ ਹੋ ਤਾਂ ਦੇਖੋ ਤੁਸੀਂ ਕਿੰਨੇ ਚੀਜ਼ਾਂ ਦਾ ਸ਼ੁਕਰਾਨਾ ਕਰ ਸਕਦੇ ਹੋ। It is often a once in a lifetime opportunity when you can be grateful for that time, and you will attract more support and more help and more beautiful moments
more happiness to the experience. So ਜੇਕਰ ਤੁਸੀਂ ਇਦਾਂ ਸ਼ੁਕਰਾਨੇ ਖਾਣ ਲੱਗ ਜਾਓਗੇ, ਤੁਸੀਂ ਦੇਖੋਗੇ ਕਿ ਤੁਹਾਡੇ ਆਲੇ ਦੁਆਲੇ ਤੁਹਾਨੂੰ ਸਪੋਰਟ ਮਿਲਣੀ ਲੱਗ ਜਾਵੇਗੀ, ਲੋਕੀ ਤੁਹਾਡੀ ਮਦਦ ਕਰਨਗੇ ਔਰ ਤੁਸੀਂ ਵਧੀਆ ਮੈਮਰੀਜ਼ ਕ੍ਰੀਏਟ ਕਰੋਗੇ while taking care of your kids, ਆਪਣੇ ਬੱਚੇ ਦੇਖਦੇ ਹੋਏ, ਘਰ ਨੂੰ ਦੇਖਦੇ ਹੋਏ. You should love your job, whatever it is, and be excited about going to work. Okay, ਕਹਿੰਦੇ ਕਿ ਤੁਸੀਂ ਆਪਣੀ ਜਿਹੜੀ ਵੀ ਕਰੰਟ ਜੌਬ ਹੈ ਉਸਨੂੰ ਪਿਆਰ ਕਰੋ ਜਿੱਦਾਂ ਦੀ ਵੀ ਹੈ, ਔਰ ਕੰਮ ਤੇ ਜਾਣ ਲੱਗੇ ਖੁਸ਼ ਹੋਵੋ, ਠੀਕ ਆ. You shouldn't settle for anything less. ਚਾਹੇ ਤੁਸੀਂ ਉਸ ਲਈ ਸੈਟਲ ਨਹੀਂ ਹੋ ਰਹੇ, ਲਾਈਕ ਇਹ ਨਹੀਂ ਗਾ ਕਿ ਤੁਸੀਂ ਉਸ ਜੌਬ ਤੇ ਹੀ ਰਹੋ, ਆਪਣੇ ਆਪ ਨੂੰ ਉਸ ਤੇ ਉਸੇ ਲੈਵਲ ਤੇ ਨਾ ਰੱਖੋ, ਪਰ ਤੁਸੀਂ ਜੋ ਹੈ ਉਸ ਵਿੱਚ ਖੁਸ਼ ਰਹੋ ਔਰ ਆਪਣੇ ਤੇ ਕੰਮ ਕਰੋ ਕਿ ਮੈਂ ਅਗਲੇ ਲੈਵਲ ਤੇ ਕਿਵੇਂ ਵੱਧ ਸਕਦਾ ਹਾਂ. If you don't feel that way about your current job, or if it's not your dream job, the way to receive your dream job is to first be grateful for the job you have. So ਜੇਕਰ ਤੁਸੀਂ ਇਸ ਵਿੱਚੋਂ ਨਿਕਲਣਾ ਚਾਹੁੰਦੇ ਹੋ, ਜਿਹੜਾ ਵੀ ਤੁਸੀਂ ਕੰਮ, ਜੇ ਤੁਹਾਡਾ ਕੋਈ ਹੋਰ ਡ੍ਰੀਮ ਜੌਬ ਹੈ, ਠੀਕ ਹੈ ਨਾ, ਤੁਸੀਂ ਕੋਈ ਹੋਰ ਓਪਰਚੁਨਿਟੀ ਕ੍ਰੀਏਟ ਕਰਨਾ ਚਾਹੁੰਦੇ ਹੋ, ਪਰ ਇਸ ਦਾ ਮੇਨ ਕੀ ਰਸਤਾ ਇਹੀ ਹੈ ਕਿ ਤੁਸੀਂ ਜੋ ਇਸ ਵਕਤ ਜੌਬ ਹੈ ਉਸਦੇ ਸ਼ੁਕਰਾਨੇ ਕਰੋ ਤਾਂ ਜੋ ਤੁਹਾਨੂੰ ਉਹ ਰਸਤਾ ਮਿਲ ਸਕੇ. So ਅੱਜ ਦਾ ਕੰਮ ਕਿਵੇਂ, ਉਹ ਕਹਿੰਦੇ today imagine that you have an invisible managers whose job is to keep a record of the thoughts and the feelings you have about your job. So ਕੀ ਕਹਿੰਦੇ ਹਨ ਕਿ ਇਮੇਜਿਨ ਕਰੋ ਕਿ ਤੁਹਾਡਾ ਆਪ ਦਾ ਇੱਕ ਪਰਸਨਲ ਅਸਿਸਟੈਂਟ, ਇੱਕ ਮੈਨੇਜਰ ਹੈ ਜੋ ਤੁਹਾਡੇ ਨਾਲ ਨਾਲ ਚੱਲ ਰਿਹਾ ਹੈ. ਜਦੋਂ ਤੁਸੀਂ ਕੰਮ ਤੇ ਜਾਓਗੇ ਉਹ ਕੀ ਦੇਖੇਗਾ, ਉਹਨੇ ਕੀ ਲਿਖਣਾ ਹੈ ਕਿ ਤੁਸੀਂ ਆਪਣੇ ਮਾਈਂਡ ਦੇ ਵਿੱਚ ਆਪਣੇ ਜੌਬ ਪ੍ਰਤੀ ਕਿੱਦਾਂ ਦਾ ਸੋਚ ਰਹੇ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ. ਸੋ ਇਸ ਤੋਂ ਕੀ ਆਪਾਂ ਨੂੰ ਥੋੜੀ ਅਲਰਟਨੈਸ ਆ ਜਾਂਦੀ ਆ, ਆਪਾਂ ਥੋੜੇ ਜਾਗਰੂਕ ਹੋ ਜਾਂਦੇ ਕਿ ਮੈਂ ਕਿੱਦਾਂ ਦਾ ਸੋਚ ਰਿਹਾ ਹਾਂ. Imagine that your manager will follow you wherever you go today. Pause your pen and note in the hand. So every time you find something about your job, be grateful for your managers will take a note of it. ਉਹ ਕੀ ਕਹਿੰਦੇ ਕਿ ਜੋ ਵੀ ਤੁਸੀਂ ਆਪਣੇ ਕੰਮ ਬਾਰੇ ਚੰਗਾ ਬੋਲੋਗੇ, ਸੋਚੋਗੇ, ਉਹ ਤੁਹਾਡੇ ਮੈਨੇਜਰ ਨੇ ਆਪਣੇ ਨੋਟਬੁੱਕ ਦੇ ਵਿੱਚ, ਕਾਪੀ ਵਿੱਚ ਲਿਖ ਲੈਣਾ ਹੈ. Your job is to find as many things as you can be grateful for. At the end of the days, your manager has long list of gratitude. ਉਹ ਕਹਿੰਦੇ ਅੱਜ ਸਾਰਾ ਦਿਨ ਤੁਸੀਂ ਕੀ ਕਰਨਾ ਹੈ, ਜਦੋਂ ਵੀ ਕੰਮ ਤੇ ਗਏ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮਾਂ ਬਾਰੇ, ਆਪਣੇ ਕੰਮ ਬਾਰੇ ਚੰਗੀਆਂ ਚੀਜ਼ਾਂ ਉਸਨੂੰ ਲਿਖਾਉਣੀਆਂ ਹਨ ਜੋ ਤੁਹਾਨੂੰ ਉਸ ਵਿੱਚ ਚੰਗਾ ਲੱਗਦਾ ਹੈ. The longer the list, the more magic your invisible manager can bring to your money, your work success, opportunities, employment and fulfillment. ਉਹ ਕਹਿੰਦੇ ਜਿੰਨੀ ਵੱਡੀ ਲਿਸਟ ਹੋਊਗੀ ਸ਼ੁਕਰਾਨਿਆਂ ਦੀ, ਉਨਾ ਹੀ ਜਲਦੀ ਜ਼ਿਆਦਾ ਮੈਜਿਕ ਤੁਸੀਂ ਆਪਣੇ ਥੋੜਾ ਇਨਵਿਜ਼ੀਬਲ ਮੈਨੇਜਰ ਤੁਹਾਡੇ ਲਈ ਕ੍ਰੀਏਟ ਕਰੂਗਾ, ਲੈ ਕੇ ਆਊਗਾ, ਜਿਹਦੇ ਵਿੱਚ ਪੈਸੇ ਵਿੱਚ ਤੁਹਾਡੀ ਹੋਰ ਸਕਸੈਸ, ਤੁਹਾਨੂੰ ਹੋਰ ਓਪਰਚੁਨਿਟੀਜ਼ ਕ੍ਰੀਏਟ ਕਰਨ ਲਈ ਤੁਹਾਡੇ ਕੰਮ ਦੇ ਵਿੱਚ, ਔਰ ਤੁਹਾਨੂੰ ਫੁਲਫਿਲਮੈਂਟ ਵਾਲੀ ਫੀਲਿੰਗ ਤੁਹਾਡੇ ਵਿੱਚ ਬਿਲਡ ਕਰੂਗਾ. Think about all the things you could be grateful for in your work. So ਸੋਚੋ ਤੁਸੀਂ ਕਿਹੜੇ ਕਿਹੜੇ ਕੰਮਾਂ ਪ੍ਰਤੀ ਤੁਸੀਂ ਸ਼ੁਕਰਗੁਜ਼ਾਰ ਹੋ ਸਕਦੇ ਹੋ. To begin with, think about the fact that you actually have a job. ਉਹ ਫਿਰ ਹੁਣ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਕਿ ਤੁਸੀਂ ਕਿੱਦਾਂ ਕਿੱਦਾਂ ਸੋਚ ਸਕਦੇ ਹੋ. ਤੁਸੀਂ ਇਸ ਲਈ ਸ਼ੁਕਰਗੁਜ਼ਾਰ ਹੋ ਸਕਦੇ ਹੋ ਕਿ ਤੁਹਾਡੇ ਕੋਲ ਐਟਲੀਸਟ ਜੌਬ ਹੈ. ਬਹੁਤ ਸਾਰੇ ਲੋਕ ਹੈ ਜਿਨ੍ਹਾਂ ਕੋਲ ਜੌਬ ਹੀ ਨਹੀਂ. Think about how many people are unemployed and who wouldn't have anything to do have a job. So सोच सकते हो, ठीक है ना, एटलीस्ट थोड़े को जॉब है. Think about the time saving equipment you use such as phone, printer, internet and computer. ਜੇਕਰ ਤੁਹਾਡੀ ਕੋਈ ਇਦਾਂ ਦੀ ਜੌਬ ਹੈ ਜਿਸ ਦੇ ਵਿੱਚ ਆ ਸਭ ਕੁਝ ਯੂਜ਼ ਹੁੰਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਮੇਰਾ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਟਾਈਮ ਸੇਵ ਹੋ ਰਿਹਾ ਹੈ. Think about the people you work with and the friendship you have with them. So ਦੇਖੋ ਕਿ ਜਿਹੜੇ ਵੀ ਤੁਸੀਂ ਆਫਿਸ 'ਚ ਕੰਮ ਕਰ ਰਹੇ ਹੋ, ਹੋਰ EMPLOYEES ਨੇ, ਤੁਸੀਂ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਆਪਣੀ એનર્ਜੀ ਸ਼ੇਅਰ ਕਰਨ ਦਾ ਮੌਕਾ ਮਿਲਦਾ, ਆਪਣੇ ਵਿਚਾਰ ਸ਼ੇਅਰ ਕਰਨ ਦਾ ਮੌਕਾ ਮਿਲਦਾ, ਕਈ ਵਾਰ ਤੁਹਾਨੂੰ ਫਰੈਂਡਸ ਬਣਾਉਣ ਦਾ ਮੌਕਾ ਮਿਲ ਜਾਂਦਾ ਉੱਥੇ, ਠੀਕ ਹੈ ਨਾ. Think about the people who make your job easier, such as receptionist, assistant, delivery people, so ਏਦਾਂ ਦੇ ਜਿਹੜੇ ਕਲੀਗ ਸਾਰੇ ਕੰਮ ਕਰਦੇ ਹਨ ਮਿਲ ਕੇ ਇੱਕ ਟੀਮ ਬਣਾ ਕੇ, ਉਹ ਤੁਹਾਡੇ ਕੋਈ ਨਾ ਕੋਈ ਕੰਮ ਨੂੰ ਆਸਾਨ ਬਣਾ ਰਹੇ ਹਨ. Think about how good it feels when you receive a paycheck and think about the favorite aspect of your job that you love doing. So ਕੀ ਕਹਿੰਦੇ
ਮਹਿਸੂਸ ਕਰੋ ਜਦੋਂ ਤੁਹਾਨੂੰ ਫੋਰਟਨਾਈਟਲੀ ਜਦੋਂ ਵੀ ਤੁਹਾਨੂੰ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਦੋਂ ਪੇ ਆਉਂਦੀ ਹੈ, ਉਹ ਪੇ ਚੱਕ ਜਦੋਂ ਤੁਸੀਂ ਫੜਦੇ ਹੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ, ਰਾਈਟ? ਔਰ ਆਪਣੇ ਕੰਮ ਬਾਰੇ ਤੁਹਾਨੂੰ ਸਭ ਤੋਂ ਵਧੀਆ ਕੀ ਚੀਜ਼ ਲੱਗਦੀ ਹੈ ਉਸ ਬਾਰੇ ਸੋਚੋ। ਸੋ ਹੈਵ ਯੂ individual manager make a note of each time you find something you are grateful for by saying okay, so ਉਹਨੇ ਜਦੋਂ ਮੈਨੇਜਰ ਨੇ ਥੋੜਾ ਨੋਟ ਲਿਖਣਾ, ਉਹਨੇ ਕੀ ਲਿਖਣਾ ਹੈ ਔਰ ਤੁਸੀਂ ਕੀ ਬੋਲਣਾ ਹੈ ਆਪਣੇ ਮਨ ਦੇ ਵਿੱਚ। I'm so grateful for my job. I'm so grateful that I can earn. I'm so grateful with that money I can buy food, I can have my house, rent, whatever. So ਤੁਸੀਂ ਇੱਦਾਂ ਕਰਕੇ ਲਿਖਣਾ ਹੈ I'm so grateful for what, ਕਿਹੜੀ ਚੀਜ਼ ਲਈ ਤੁਸੀਂ ਇਸ ਜੌਬ ਕਰਕੇ ਤੁਹਾਡੀ ਕਿਹੜੀ ਇੱਛਾਵਾਂ ਪੂਰੀਆਂ ਹੋ ਰਹੀਆਂ ਹਨ, ਸੋ ਲਿਖੋਗੇ। ਜੌਬ ਤੇ ਵੀ ਕਰ ਸਕਦੇ ਹੋ I'm so grateful ਕਿ ਮੇਰੇ ਜਿਹੜੇ ਕਲੀਗਸ ਨੇ ਉਹ ਬਹੁਤ ਚੰਗੇ ਨੇ, ਬੜੇ ਹੈਲਪਫੁਲ ਨੇ, ਮੈਂ ਅੰਦਰ ਏਸੀ ਦੇ ਵਿੱਚ ਬੈਠ ਸਕਦਾ ਹਾਂ, ਪੱਖੇ ਥੱਲੇ ਬੈਠ ਸਕਦਾ ਹਾਂ, ਮੇਰੇ ਕੋਲ ਕੁਰਸੀ ਚੇਅਰ ਹੈ, ਮੇਰੇ ਕੋਲ ਆਪਣਾ ਪਰਸਨਲ ਕੰਪਿਊਟਰ ਹੈ। ਤੇ ਇੱਦਾਂ ਤੁਸੀਂ ਕਾਫੀ ਚੀਜ਼ਾਂ ਦਾ ਥੈਂਕਸ ਕਰ ਸਕਦੇ ਹੋ। More deeply your manager can see you are feeling gratitude, the sooner your manager can start to make a magic happen in your work। ਉਹ ਕਹਿੰਦੇ ਜਦੋਂ ਮੈਨੇਜਰ ਦੇਖਦਾ ਹੈ ਕਿ ਤੁਸੀਂ ਸੱਚੇ ਦਿਲੋਂ ਆਪਣੇ ਪ੍ਰੈਜ਼ੈਂਟ ਕੰਮ ਪ੍ਰਤੀ ਸ਼ੁਕਰਾਨੇ ਕਰਨ ਲਈ ਲੱਗ ਗਏ ਹੋ, ਤਾਂ ਦੇਖਿਓ ਤੁਹਾਡੇ ਅੰਦਰ more magic will be great। ਤਾਂ ਉਹ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜਿਕ ਕ੍ਰੀਏਟ ਕਰਨੇ ਸ਼ੁਰੂ ਕਰ ਦੂਗਾ ਤੁਹਾਡੇ ਕੰਮ ਪ੍ਰਤੀ। It is possible that you could generate so much gratitude for your work in one day that you would see the circumstance instantly improve। ਕਹਿੰਦੇ ਅਚਾਨਕ ਜੀ ਤੁਹਾਨੂੰ ਤੁਹਾਡੀ ਜੌਬ ਪ੍ਰਮੋਸ਼ਨ ਹੋ ਸਕਦੀ ਹੈ, ਅਚਾਨਕ ਤੁਹਾਨੂੰ ਕੋਈ ਹੋਰ ਏਦਾਂ ਦੀ ਓਪਰਚੁਨਿਟੀ ਮਿਲ ਸਕਦੀ ਹੈ ਜੋ ਕਿ ਤੁਸੀਂ ਕਾਫੀ ਦੇਰ ਤੋਂ ਲੱਭ ਰਹੇ ਸੀ। Lucky breaks doesn't happen by incident। ਕਹਿੰਦੇ ਇਹ ਏਦਾਂ ਨਹੀਂ ਹੋ ਜਾਂਦੀਆਂ, ਇੱਕਦਮ ਬ੍ਰੇਕਸ ਮਿਲ ਜਾਣੀਆਂ, ਕੁਝ ਚੰਗਾ ਮਿਲ ਜਾਣਾ। They are simply gratitude magical power at work। ਸੋ ਇਹ ਸ਼ੁਕਰਾਨੇ ਦੀ ਭਾਵਨਾ ਹੈ ਜੋ ਕੰਮ ਕਰ ਰਹੀ ਹੈ ਇਸ ਪਿੱਛੇ। If the work like magic practice fall on a weekend or even you are not at work, move on to the next day practice and then go back and use the magic practice on the first day you go back to work। So ਉਹ ਇਹ ਦੱਸਣਾ ਚਾਹੁੰਦੇ ਹਨ ਕਿ ਜਦੋਂ ਤੁਸੀਂ ਇਹ ਬੁੱਕ ਪੜ੍ਹਦੇ ਹੋਏ ਜੇਕਰ ਉਹ ਵੀਕਐਂਡ ਹੈ ਤਾਂ ਜਦੋਂ ਜਿੱਦਣ ਵੀ ਤੁਸੀਂ ਕੰਮ ਤੇ ਵਾਪਸ ਜਾਓਗੇ ਉਦਣ ਹੀ ਪ੍ਰੈਕਟਿਸ ਕਰਨੀ ਹੈ। ਸੋ ਆਈ ਹੋਪ ਕਿ ਇਸ ਤੋਂ ਸਮਝ ਆਇਆ ਹੋਊਗਾ ਕਿ ਜੋ ਵੀ ਅਸੀਂ ਕੰਮ ਕਰਨਾ ਹੈ, ਚਾਹੇ ਤੁਸੀਂ ਘਰ ਦਾ ਕੋਈ ਵੀ ਕੰਮ ਛੋਟੇ ਤੋਂ ਛੋਟਾ ਕੰਮ ਕਰਨਾ ਹੈ, ਉਸ ਵਿੱਚ ਸ਼ੁਕਰਾਨੇ ਦੀ ਭਾਵਨਾ ਨੂੰ ਐਡ ਕਰਨਾ ਹੈ, ਸ਼ੁਕਰਗੁਜ਼ਾਰ ਹੋਣਾ ਹੈ ਕਿ ਤੁਹਾਡੀ ਬੋਡੀ ਤੁਹਾਨੂੰ ਅਲਾਉ ਕਰ ਰਹੀ ਹੈ ਇਹ ਕੰਮ ਕਰਨ ਨੂੰ, ਤੁਹਾਡਾ ਮਾਈਂਡ ਤੁਹਾਨੂੰ ਅਲਾਉ ਕਰ ਰਿਹਾ ਹੈ ਇਹ ਕੰਮ ਕਰਨ ਨੂੰ, ਤੁਹਾਡੇ ਕੋਲ ਓਪਰਚੁਨਿਟੀ ਹੈ ਇਹ ਕੰਮ ਕਰਨ ਦੀ, ਠੀਕ ਆ। ਸੋ ਏਦਾਂ ਦੇ ਸ਼ੁਕਰਾਨੇ ਲੱਭਣੇ ਹਨ, ਠੀਕ ਹੈ ਨਾ। ਸੋ ਆਪਣੀ ਜੋ ਵੀ ਕਰੰਟ ਜੌਬ ਹੈ ਉਸਦੇ ਸ਼ੁਕਰਾਨੇ ਕਰਨੇ ਹਨ। ਸੋ ਦ ਮੈਜਿਕ ਪ੍ਰੈਕਟਿਸ ਇਸ ਦੇ ਵਿੱਚ ਕੀ ਹੈ, ਵਰਕ ਲਾਈਕ ਮੈਜਿਕ ਫਸਟ, ਜਿਵੇਂ ਕਿ ਆਪਾਂ ਕਾਊਂਟ ਦ ਬਲੈਸਿੰਗ, ਜੋ ਕਿ ਸਵੇਰੇ ਉੱਠਦੇ ਸਾਰ 10 ਚੀਜ਼ਾਂ ਆਪਾਂ ਲਿਖਣੀਆਂ ਹਨ ਗ੍ਰੈਟੀਟਿਊਡ ਬਾਰੇ, ਕਿਹੜੀ ਕਿਹੜੀ 10 ਚੀਜ਼ਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ। So while at work today, imagine you have an invisible manager following you around, taking notes of every time you find something to be grateful। So ਅੱਜ imagine ਕਰਨਾ ਹੈ ਕਿ ਤੁਹਾਡਾ ਇੱਕ ਪਰਸਨਲ ਮੈਨੇਜਰ ਜੋ ਤੁਹਾਡੇ ਨਾਲ ਨਾਲ ਚੱਲ ਰਿਹਾ ਹੈ ਔਰ ਜੋ ਵੀ ਤੁਸੀਂ ਗ੍ਰੇਟਫੁਲ ਹੋਗੇ ਉਹਨੇ ਉਸ ਕਾਪੀ ਤੇ ਲਿਖ ਲੈਣਾ ਹੈ। ਜਿੰਨੀ ਲੰਬੀ ਲਿਸਟ ਹੋਊਗੀ ਸਮਝੋ ਉਨੀ ਹੀ ਜ਼ਿਆਦਾ ਛੇਤੀ ਮੈਜਿਕ ਤੁਸੀਂ ਆਪਣੇ ਲਈ ਕ੍ਰੀਏਟ ਕਰ ਲਓਗੇ ਆਪਣੇ ਕੰਮ ਪ੍ਰਤੀ। Have your manager make a note each time so you find something you're grateful for by saying, ਤੁਸੀਂ ਕਹਿਣਾ ਕੀ ਹੈ I'm so grateful for what। so ਉਸ ਚੀਜ਼ ਬਾਰੇ ਤੁਸੀਂ ਬੋਲਣਾ ਹੈ। ਇਸ ਤਰ੍ਹਾਂ ਉਹ ਮੈਨੇਜਰ ਤੁਹਾਡੀ ਨੋਟਸ ਬਣਾਉਂਦਾ ਜਾਵੇਗਾ ਜਿਨ੍ਹਾਂ ਚੀਜ਼ਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਆਪਣੇ ਕੰਮ ਪ੍ਰਤੀ। So just before you go to sleep tonight, hold your magic rock in your hand। Okay, so ਇਹ ਜਿਹੜੀ 2 ਪ੍ਰੈਕਟਿਸਿਸ ਨੇ, ਸਵੇਰੇ ਉੱਠਦੇ ਸ਼ੁਕਰਾਨੇ ਲਿਖਣੇ ਔਰ ਰਾਤ ਨੂੰ ਪੈਣ ਲੱਗੇ ਮੈਜਿਕ ਰੌਕ ਨੂੰ ਆਪਣੇ ਹੱਥ 'ਚ ਫੜ ਕੇ ਚੰਗੀਆਂ ਚੀਜ਼ਾਂ ਬਾਰੇ ਧੰਨਵਾਦ ਕਹਿਣਾ। ਇਹ ਪ੍ਰੈਕਟਿਸ ਤਾਂ ਆਪਾਂ ਕੰਟੀਨਿਊ ਕਰਨੀ ਹੈ ਜਿੰਨੀ ਦੇਰ ਇਹ ਬੁੱਕ ਚੱਲ ਰਹੀ ਹੈ। ਸੋ ਇਹ ਸੀ ਅੱਜ ਦੀ ਪ੍ਰੈਕਟਿਸ ਐਂਡ ਆਈ ਹੋਪ ਕਿ ਅੱਜ ਤੋਂ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ ਪੂਰੇ ਦਿਲੋਂ ਕਰੋਗੇ, ਪੂਰੀ ਸ਼ਿੱਦਤ ਨਾਲ ਕਰੋਗੇ ਔਰ ਆਪਣਾ ਬੈਸਟ ਦਓਗੇ ਉਹਦੇ ਵਿੱਚ, ਤਾਂ ਜੋ ਤੁਸੀਂ ਆਪਣੇ ਆਪ ਨੂੰ ਹੋਰ ਅਪਗ੍ਰੇਡ ਕਰ ਸਕੋ। ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦੋਂ ਆਪਾਂ ਇੱਕ ਦਾਇਰੇ 'ਚ ਰਹਿ ਕੇ ਕੰਮ ਕਰਦੇ ਹਾਂ ਔਰ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰਦੇ ਹਾਂ, ਜੋ ਤੁਸੀਂ ਆਪਣੇ ਆਪ ਦੇ ਵਿੱਚ ਤਬਦੀਲੀ ਕ੍ਰੀਏਟ ਕਰਦੇ ਹੋ ਨਾ, ਇਟ ਮੇਕ ਅ ਡਿਫਰੈਂਸ।